बहुत सारे लोग देखते हैं ਅਸੀਂ ਸਮਾਜ ਸੇਵੀ ਸੰਸਥਾਵਾਂ ਚੱਲਦੀਆਂ ਨੇ ਇਨਸਾਨਾਂ ਦੇ ਲਈ ਕੰਮ ਕਰਦੀਆਂ ਨੇ ਪਰ ਜਿਹੜੇ ਤੁਸੀਂ ਵਰਲਡ ਰਿਕਾਰਡ ਦੇਖ ਰਹੇ ਹੋ ਇਹ ਵਰਲਡ ਰਿਕਾਰਡ ਹਾਲਾਂਕਿ ਉਸ ਲਈ ਨਹੀਂ ਕਿ ਖੁਦ ਦਾ ਮੁਨਾਫਾ ਕੋਈ ਕਮਾਇਆ ਇਹਨਾਂ ਨੇ ਜਾਂ ਖੁਦ ਲਈ ਕੰਮ ਕੀਤਾ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਕਰੀ ਕਿ ਜਿਹਦੇ ਨਾਲ ਖੁਦ ਹੀ ਨਾਮ ਰੋਸ਼ਨ ਹੋਵੇ ਬਲਕਿ ਇਹ ਉਹ ਮੁਨਾਫਾ ਕਹਿ ਸਕਦੇ ਹਾਂਗੇ ਇੱਕ ਕਿ ਆਖਰਕਾਰ ਕਈ ਸਾਲ ਦੀ ਮਿਹਨਤ ਜਿਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਵਰਲਡ ਰਿਕਾਰਡ ਨਹੀਂ ਛੁੱਟਿਆ ਹੋਇਆ ਹੈਗਾ ਜਿੱਥੇ ਨਾਮ ਦਰਜ ਨਾ ਹੋਇਆ ਹੋਵੇ। ਲਿਮਕਾ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਦਰਜ ਹੈ ਤੇ ਵਰਲਡ ਦੀਆਂ तमाम ਇਸ ਤਰ੍ਹਾਂ ਦੀਆਂ ਕਹਿ ਸਕਦੇ ਹਾਂਗੇ ਕਿ ਸੰਸਥਾਵਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਆਨਰ ਕਰਿਆ। ਪ੍ਰਿੰਸ ਮਹਿਰਾ ਨੇ ਮੇਰੇ ਨਾਲ, ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਬੇਜ਼ੁਬਾਨਾਂ ਦੀ ਜੇ ਕਹੀਏ ਉਹਨਾਂ ਦੀ ਜ਼ੁਬਾਨ ਸਮਝਣ ਦੀ ਕੋਸ਼ਿਸ਼ ਕਰੀ ਕਿ ਆਖਰ ਕੀ ਤਕਲੀਫ ਹੈ ਉਹਨਾਂ ਨੂੰ। ਲਗਾਤਾਰ ਕਈ ਸਾਲਾਂ ਤੋਂ ਚੰਡੀਗੜ੍ਹ ਦੇ ਵਿੱਚ ਕੰਮ ਕਰ ਰਹੇ ਨੇ ਤੇ ਹੁਣ ਕਿਹਾ ਜਾਵੇ ਕਿ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਉਹੀ ਸਮੇਂ ਦੇ ਹਿਸਾਬ ਦੇ ਨਾਲ ਪਹਿਲਾਂ ਅਸੀਂ ਦੇਖਦੇ ਹੁੰਦੇ ਸੀਗੇ ਕਿ ਇਹ ਪੈਦਲ ਜਾ ਕੇ ਖੁਦ ਕੰਮ ਕਰਦੇ ਰਹੇ ਨੇਗੇ। ਫਿਰ ਉਸ ਤੋਂ ਬਾਅਦ ਇੱਕ ਸਾਈਕਲ ਐਂਬੂਲੈਂਸ ਇਹਨਾਂ ਨੇ ਬਣਾਈ, ਵਰਲਡ ਐਂਬੂਲੈਂਸ ਸੀ ਉਹਦਾ ਨਾਂ। ਇਹ ਵੀ ਜੇ ਕਹੀਏ ਕਿ ਜਿਹੜੀ ਇਹਨਾਂ ਨੇ ਇੱਕ ਨਵੀਂ ਤਿਆਰ ਕਰੀ ਹੈਗੀ ਸਕੂਟੀ ਤਾਂ ਉਹ ਬੈਟਰੀ ਵਾਲੀ ਹੈ ਕਿਉਂਕਿ ਇਹ ਨਾਲ ਇਨਵਾਇਰਨਮੈਂਟ ਦਾ ਵੀ ਧਿਆਨ ਰੱਖਦੇ ਨੇ। ਤਾਂ ਹੁਣ ਇਹ ਐਂਬੂਲੈਂਸ ਕੰਮ ਕਰ ਰਹੀ ਹੈ। ਪ੍ਰਿੰਸ ਜੀ ਕਿੰਨੇ ਕੁ ਸਾਲ ਹੋ ਗਏ ਜੇ ਦੇਖੀਏ ਕਿਉਂਕਿ ਆਮ ਤੌਰ 'ਤੇ ਸੰਸਥਾਵਾਂ ਬਹੁਤ ਸਾਰੀਆਂ ਚੱਲਦੀਆਂ ਨੇਗੀਆਂ, ਕਿਸੇ ਨੂੰ ਲੋੜ ਹੈ ਇਨਸਾਨੀਅਤ ਤੌਰ 'ਤੇ ਬੜਾ ਅੱਛਾ ਕੰਮ ਕਰਦੀਆਂ ਨੇ। ਤੁਸੀਂ ਪਸ਼ੂ ਪਕਸ਼ੀਆਂ ਵਾਸਤੇ ਇਹ ਕਦੋਂ ਦਾ ਕੰਮ ਪਕਸ਼ੀਆਂ ਵਾਸਤੇ ਖਾਸ ਕਰਕੇ ਕਦੋਂ ਤੋਂ ਸ਼ੁਰੂਆਤ ਕਰੀ ਹੈ? मैं ਐਂਬੂਲੈਂਸ ਜਿਹੜੀ ਮੈਂ ਸ਼ੁਰੂ ਕੀਤੀ ਹੈ ਮੈਂ 2011 ਸ਼ੁਰੂ ਕੀਤੀ ਹੈ ਜੀ। ਮੈਂ ਆਪਣੀ NGO ਯੁਵ ਸੱਤਾ ਦੇ ਨਾਲ ਮੈਂ ਫਿਰੋਜ਼ਪੁਰ ਗਿਆ ਸੀਗਾ ਜੀ। ਉੱਥੇ ਕੋਈ ਸਵੀਪਰ ਸੀਗੀ ਜਿੱਥੇ ਠਹਿਰੇ ਹੋਏ ਸੀਗੇ ਅਸੀਂ ਬੱਚਿਆਂ ਨਾਲ, ਗਰੀਬ ਬੱਚਿਆਂ ਨਾਲ। ਤੇ ਉਹ ਨਾ ਕਬੂਤਰ ਨੂੰ ਇੰਜਰਡ ਨੂੰ ਕਬੂਤਰ ਨੂੰ ਜਿਹੜਾ ਕਰੰਟ ਲੱਗਿਆ ਸੀ ਉਹਨੂੰ ਉਹ डस्टबिन 'ਚ फेंक रही थी। मैं उन्होंने पूछा ये क्या हो, कह रही इसको करंट लग गया। कह रही पता नहीं आज सुबह भी एक को करंट लगा था। तो मैंने कहा वो कहाँ है? वो कह रही मैंने डस्टबिन में डाला। मैंने उनसे हाथ से लिया और डस्टबिन से जो है पिजन को कबूतर को उठाया। मैंने दोनों को उठाकर मैंने जहाँ पर हम खाना खाने जा रहे थे मैस में वहाँ पर जो पार्क था वहाँ पर ग्राउंड था जो उसमें मैंने उनका दोनों का संस्कार कर दिया। फिर मैं सारी रात सोचता रहा वहाँ पर भाई जैसे इन्होंने कूड़े में डाल दिया आगे फिर कूड़े में डाल देंगे, उससे बदबू आएगी, पर्यावरण को नुकसान होगा और सांस के जरिए जो बदबू है वो हमारे अंदर जाएगी तो बीमारी फैलेगी। फिर मैंने सोचा नहीं इनका भी हम कुछ करना चाहिए क्योंकि जानवरों के लिए काफ़ी संस्थाएं थी और पंछियों के लिए ऐसी कोई संस्था नहीं थी उस वक्त 2011 में जो मेरे नॉलेज में थी। तो मैंने कहा नहीं इनका भी कुछ होना चाहिए क्योंकि इसमें भी इन्हीं में भी आत्मा है हमारी तरह ही है। तो फिर मैंने घर में आके उनका पम्पलेट्स बनवा के मैंने उस इश्तिहार बनवा के स्कूलों में बच्चों को छुट्टी के टाइम और रोड पे बीड़ी वाला, सिगरेट वाला, पान वाला, जो भी रिक्शे वाला सबको मैं पम्पलेट्स देता था। उस पर लिखा हुआ था भी मेरे बुजुर्गों, भाइयों, बहनों, बच्चों अगर तुम्हें कोई भी इंजर्ड बर्ड और जहाँ मरा हुआ कोई पंछी अगर उड़ने वाला कोई भी अगर आपको कोई मिलता है तो मुझे इस नंबर पे कांटेक्ट करें। तो उसके बाद फिर मेरा ये जो सिलसिला है वो पंछियों का आना शुरू हो गया। ਪ੍ਰਿੰਸ ਜੀ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂਗੇ ਕਿ ਜਿਵੇਂ ਤੁਸੀਂ ਵੀ ਕਿਹਾ ਕਿ ਜਾਨਵਰਾਂ ਵਾਸਤੇ ਸੰਸਥਾਵਾਂ ਕੰਮ ਕਰ ਰਹੀਆਂ ਨੇਗੀਆਂ, ਇਨਸਾਨੀ ਤੌਰ 'ਤੇ ਤਾਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਬਚਾਉਣ 'ਤੇ ਲੱਗੀਆਂ ਹੋਈਆਂ ਨੇ। ਪਸ਼ੂ ਪਕਸ਼ੀਆਂ ਦੇ ਵਿੱਚ ਹੀ ਦੇਖਿਆ ਜਾਵੇ ਕਿ ਆਖਰਕਾਰ ਬਹੁਤ ਤਰ੍ਹਾਂ ਦੇ ਅਸੀਂ ਦੇਖਦੇ ਹਾਂ ਕਿ ਕਈਆਂ ਦੇ ਖੰਭ ਕੱਟ ਜਾਂਦੇ ਨੇ, ਚੱਲ ਨਹੀਂ ਪਾਉਂਦੇ ਹੈਗੇ, ਕਿਸੇ ਦਾ ਪੈਰ ਕੱਟ ਜਾਂਦਾ ਹੈਗਾ। ਆਮ ਤੌਰ 'ਤੇ ਇੰਜਰਡ ਤੌਰ 'ਤੇ ਜਦ ਦੇਖਦੇ ਹਾਂ ਤਾਂ ਉਹਨਾਂ ਦਾ ਇਲਾਜ ਨਹੀਂ ਹੋ ਪਾਉਂਦਾ ਤਾਂ ਉਹ ਜ਼ਿਆਦਾ ਤੌਰ 'ਤੇ ਨੁਕਸਾਨ ਹੋ ਜਾਂਦਾ ਉਹਨਾਂ ਦਾ, ਯਾਨੀ ਕਿ ਉਹਨਾਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ। ਕਿੰਨੇ ਕੁ ਬਚਾਏ ਫਿਰ ਹੁਣ ਤੱਕ, ਕਿਸ ਤਰ੍ਹਾਂ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਨੇ? ज़्यादातर तो गर्मियों पंछी खाने वगैरह पानी वगैरह ज़्यादा इंजर्ड होंगे हैं और बाकी जेडे इंजर्ड होंगे वो पंखे के कारण होंगे हैं क्योंकि शोरूम हो गए, बूथ वगैरह हो गए, वो पंछी अंदर रात को बैठे होंगे है। जिदा ही वो सवेरे दुकानदार आके पंखे वगैरह चलाते हैं तो वो की करते हैं वो पंछी डर के मारे बाहर निकलते हैं नाल ही उन्होंने पंखे के वो जोड़े है कट जाते हैं, परपुर वगैरह कट जाते हैं। ਤੇ ਤੁਸੀਂ ਫਿਰ ਇਹਦੀ ਜੇ ਕਹੀਏ ਕਿ ਇਲਾਜ ਕਿਵੇਂ ਕਰਦੇ ਹੋਗੇ ਕਿ ਤੁਸੀਂ ਇਹਦੇ ਕੋਈ ਪੜ੍ਹਾਈ ਕਰੀ ਜਾਂ ਤਜਰਬਾ ਹੀ ਇੰਨਾ ਹੀ ਜ਼ਿਆਦਾ ਹੋ ਗਿਆ? नहीं मैं ज़्यादा मेजर नहीं करता, मैं जो छोटा मोटा जो चोट वगैरह जी होंगी हैगी है पाउडर वगैरह मैं रखे हुए हैं सारे। जो थोड़ी चोट थोड़ी छोटी मोटी होंगी है वो तो मैं अपने घर ही ठीक कर लेता 2 दिन 3 दिन रख के। जो मेजर चोट होंगी है वो मैं मेरा SPCA है जहाँ मैं अजय मैं एनिमल अटेंडेंट हूँ सेक्टर 38 वेस्ट में। तो जो मेजर चोट होती है मैं वहाँ पर आके उनको हॉस्पिटल ले जाके डॉक्टर से उनकी ट्रीटमेंट करा के उनको रख लेते हैं। और जब ठीक हो जाता है 2 दिन बाद 4 दिन बाद जब भी ठीक होता है तो मैं उसको आज़ाद कर देता हूँ। ਉਦੋਂ ਬਾਅਦ ਛੱਡ ਦਿੰਦੇ ਫਿਰ ਉਹਨਾਂ ਨੂੰ जी ਤੁਸੀਂ? सर। ਕਿਉਂਕਿ ਆਮ ਤੌਰ ਤੇ ਕਈ ਵਾਰ ਅਸੀਂ ਵੀ ਦੇਖਿਆ ਕਿ ਲੋਕ ਕਿਸੇ ਕੋਈ ਚਿੜੀ ਕਬੂਤਰ ਨੂੰ ਜਦੋਂ ਸੰਭਾਲ ਲੈਂਦੇ ਨੇ ਉਦੋਂ ਬਾਅਦ ਰੱਖ ਲੈਂਦੇ ਨੇ ਖੁਦ ਹੀ ਉਹ ਆਮ ਤੌਰ ਤੇ। नहीं ਅਸੀਂ ਜਿਹੜੇ ਪੰਛੀ ਜਿਹੜੇ ਹੁੰਦੇ ਆ ਆਪਾਂ ਨੂੰ ਕੈਦ ਨਹੀਂ ਕਰ ਸਕਦੇ ਉਹਨਾਂ ਨੂੰ ਕਿਉਂਕਿ ਸਭ ਨੂੰ ਆਜ਼ਾਦੀ ਪਸੰਦ ਹੈ ਜੀ। तो इस करके अगर याद करने तो बाद छड़ देंगे। अगर कोई डेड हो जाता है फिर मैं उन्होंने प्रॉपर संस्कार कर देना मिट्टी 'ਚ दबा के ताकि जी बदबू है वो बाहर ना आए।
ਤੇ ਤੁਸੀਂ ਦੇਖਿਆ ਸੀ ਤੁਹਾਡੀ ਜਿਹੜੀ ਐਂਬੂਲੈਂਸ ਦੀ ਜਿਵੇਂ ਗੱਲ ਕਰ ਰਹੇ ਸੀ ਪਹਿਲਾਂ ਸਾਈਕਲ ਤੇ ਪੈਦਲ ਵੀ ਕਰਦੇ ਰਹੇ ਹੋ, ਫਿਰ ਸਾਈਕਲ ਤੇ ਉਹ ਹੋ ਗਿਆ, ਇਹ ਕਿਵੇਂ ਬਦਲਦੇ ਰਹਿੰਦੇ ਹੋ? ਸਮੇਂ ਦੀ ਲੋੜ ਪੈ ਗਈ। ਜਿਹੜੀ ਮੈਨੇ ਨਹੀਂ ਸਾਈਕਲ तो मेरी है ही है, हजे भी चलती है मेरी साइकिल बट एम्बूलेंस वो यो है भी जैसे मान लो कोई जख्मी ज़्यादा ही हैगा तो मैनू पहुँचने च टाइम लग जाता हैगा क्योंकि चंडीगढ़ च मैं सर्विस दिना उस साइकिल तो इन्नी जल्दी नहीं जा सकता। फिर मैं किसी बैंक वाले नाल गल की तो उन्होंने मैनू फिर बैटरी वाली गड्डी दी ताकि थोड़ा जिहा साइकिल तो ज़्यादा स्पीड जाके मैं जल्दी पहुँच सका उन्होंने। इस करके मैं हुण ये दोनों एम्बूलेंस चलाना हैगा, ਉਹਦਾ ਕੋਈ ਉਹ ਨਹੀਂ ਹੈਗਾ। ਅਗਰ ਕੋਈ ਮਰ ਜਾਂਦਾ ਤਾਂ ਮੈਂ ਸਾਈਕਲ ਵਾਲੀ ਐਂਬੂਲੈਂਸ ਲੈ ਲੈਂਦਾ, ਅਗਰ ਕੋਈ ਜਲਦੀ ਵਾਲਾ ਇੰਜਰਡ ਵਾਲਾ ਹੁੰਦਾ ਤਾਂ ਮੈਂ ਇਹ ਲੈਂਦਾ। ਹੁਣ ਜਿੱਦਾਂ ਮੈਂ ਸਰਵਿਸ ਕਰ ਰਿਹਾ ਹੈਗਾ, ਮੈਂ ਜਿੱਦਾਂ ਮੇਰੀ ਡਿਊਟੀ ਹੁੰਦੀ ਹੈ ਮੇਰੀ ਐਂਬੂਲੈਂਸ 'ਚ ਹੀ ਡਿਊਟੀ ਹੈਗੀ ਆ ਤੇ ਮੈਂ ਫਿਰ ਉਹ ਜਿਹੜੀ ਕੰਪਲੇਂਟ ਹੁੰਦੀ ਮੈਂ ਆਪਣੀ ਐਂਬੂਲੈਂਸ ਕਰ ਲੈਂਦਾ, ਘਰ ਆ ਕੇ ਫਿਰ ਮੈਂ ਆਪਣੀ ਐਂਬੂਲੈਂਸ ਦਾ ਯੂਜ਼ ਕਰਦਾ। ਤੇ ਫਿਰ ਕਿੰਨੇ ਕੁ ਹੁਣ ਤੱਕ ਕਿੰਨੇ ਕੁ ਜੇ ਕਹੀਏ ਪਸ਼ੂ ਪਕਸ਼ੀਆਂ ਦੇ ਤੁਸੀਂ ਬਚਾ ਚੁੱਕੇ ਹੈਗੇ ਹੋ ਜਾਨ? ਮੈਂ 2011 ਤੋਂ ਹੁਣ ਤੱਕ ਮੈਂ 1150 ਦੇ ਕਰੀਬ ਮੈਂ ਇਹਨਾਂ ਦਾ ਪੰਛੀਆਂ ਦਾ ਮੈਂ ਸੰਸਕਾਰ ਕਰ ਚੁੱਕਾ ਹੈਗਾ, ਜਿਨ੍ਹਾਂ 'ਚ ਹਰੇਕ ਪੰਛੀ ਹੈਗਾ, ਮਾਈਗ੍ਰੇਟਿਵ ਬਰਡ ਹੈਗੇ ਆ, ਕਰੋ ਹੈਗੇ ਆ, ਕਬੂਤਰ ਹੈ, ਚੀਲ ਵਗੈਰਾ ਹੈ, ਇਹਨਾਂ ਦਾ ਮੈਂ ਪ੍ਰੋਪਰ ਸੰਸਕਾਰ ਕਰ ਚੁੱਕਾ ਹਾਂ ਔਰ ਮੈਂ 1100 ਦੇ ਕਰੀਬ ਮੈਂ ਇਹਨਾਂ ਨੂੰ ਆਜ਼ਾਦ ਕਰ ਚੁੱਕਾ ਇਹਨਾਂ ਦਾ ਇਲਾਜ ਕਰਵਾ ਕੇ। ਤੇ ਆਮ ਤੌਰ ਤੇ ਤੁਸੀਂ ਕੀ ਦੇਖਦੇ ਹੋ? ਕਿਉਂਕਿ ਜ਼ਿਆਦਾਤਰ ਕਿਹਾ ਇਹ ਜਾਂਦਾ ਹੈ ਕਿ ਇਨਸਾਨ ਸਭ ਤੋਂ ਵੱਡਾ ਜਾਨਵਰ ਹੈ ਕਿਉਂਕਿ ਉਹ ਸੋਚ ਸਕਦਾ, ਸਮਝ ਸਕਦਾ ਹੈਗਾ, ਪਰ ਜੇ ਉਹਦੇ ਬਾਵਜੂਦ ਵੀ ਉਹ ਕੋਈ ਗਲਤੀ ਕਰਦਾ ਹੈ ਤਾਂ ਉਹ ਕਿਤੇ ਨਾ ਕਿਤੇ ਸਾਡੇ ਇਨਵਾਇਰਨਮੈਂਟ ਵਾਸਤੇ ਪਸ਼ੂ ਪਕਸ਼ੀ ਉਹਦੇ ਵਿੱਚ ਹੀ ਆ ਜਾਂਦੇ ਨੇ ਕਿ ਉਹਦੇ ਵਾਸਤੇ ਨੁਕਸਾਨਦੇਹ ਹੋ ਸਕਦਾ ਹੈ। ਸਮਝਦੇ ਹੋ ਇਨਸਾਨੀ ਫਿਤਰਤਾਂ ਕਰਕੇ ਵੀ ਇਹਨਾਂ ਨੂੰ ਪਕਸ਼ੀਆਂ ਨੂੰ ਨੁਕਸਾਨ ਹੁੰਦੇ ਨੇਗੇ? ਜਿਵੇਂ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕੋਈ ਡੋਰ ਥ੍ਰੈਡ ਨਾ ਕੱਟ ਜਾਏ। ਬਿਲਕੁਲ ਸਰ ਬਿਲਕੁਲ, ਜਦੋਂ ਚਾਈਨੀਜ਼ ਡੋਰ ਚੱਲੀ ਹੋਈ ਹੈ ਉਹ ਟੁੱਟਦੀ ਨਹੀਂ ਹੈਗੀ ਜੀ, ਉਹਨਾਂ ਦੇ ਕਰਕੇ ਬੜੇ ਕਬੂਤਰ ਵਗੈਰਾ ਪੰਛੀ ਵਗੈਰਾ ਬੜੇ ਫਸ ਜਾਂਦੇ ਹੈਗੇ ਆ। ਹੁਣ ਅਸੀਂ ਇੰਨੀ ਉੱਚੀ ਸਾਡੇ ਕੋਲ ਐਸੀ ਕੋਈ ਪ੍ਰੋਪਰ ਕੋਈ ਚੀਜ਼ ਨਹੀਂ ਹੈ ਜਿਹੜਾ ਉਹ ਪੇਟਾ ਉਤਾਰ, ਫਿਰ ਅਸੀਂ ਉਹ ਫਾਇਰ ਵਾਲਿਆਂ ਨੂੰ ਅਸੀਂ ਫੋਨ ਕਰਕੇ ਉਹਨਾਂ ਤੋਂ ਸਰਵਾ ਕੇ ਅਸੀਂ ਆਪਣੇ ਕੋਲ ਲੈ ਕੇ ਆਉਂਦੇ ਹੈਗੇ। तो मेरा यही कहना है भी बच्चों बई चाइनीज़ डोर जी है वो नहीं यूज़ करनी चाहिए हैगी, नुकसान कर हाँ ये पंछियों को बहुत नुकसान करती है सर जी। तुम देखा होना वैसे भी पंछी बेचारे वो होंगे हैगे जी बेजमानता हैगे हैगे सर, मदद नहीं कर सकते नहीं मदद। और कई क्या करते हैं जी कबूतरों का कलोनियां वाले ਜਿਹੜੇ ਹੁੰਦੇ ਆ ਉਹ ਕਬੂਤਰਾਂ ਨੂੰ ਖਾਂਦੇ ਆ ਜੀ ਮਾਰ ਕੇ। ਅੱਛਾ, ਉਹ ਗਲੀਲ ਦੇ ਨਾਲ ਉਹ ਯੂਜ਼ ਕਰਦੇ ਆ, ਉਹ ਨਹੀਂ ਮੈਂ ਕਰਨਾ ਚਾਹੀਦਾ ਕਿਉਂਕਿ ਪੰਛੀ ਵੀ ਸਾਡੇ ਫੈਮਿਲੀ ਦਾ ਇੱਕ ਹਿੱਸਾ ਹੈਗੇ ਆ, ਸਾਨੂੰ ਵੀ ਆਪਣੇ ਮੈਂਬਰ ਸਮਝਣਾ ਚਾਹੀਦਾ ਪੰਛੀਆਂ ਨੂੰ ਵੀ। ਬਹੁਤ ਸਾਰੇ ਲੋਕ ਤਾਂ ਦੇਖਦੇ ਆ ਕਈ ਰੱਖ ਵੀ ਲੈਂਦੇ ਨੇ, ਪਿੰਜਰੇ 'ਚ ਰੱਖਦੇ ਨੇ, ਤੋਤਾ ਆਮ ਤੌਰ 'ਤੇ ਦੇਖਦੇ ਆ ਕਿ ਅਸੀਂ ਰੱਖਦੇ ਆਂਗੇ ਕਿ ਲੋਕਾਂ ਨੂੰ ਪਿਆਰ ਪੈ ਜਾਂਦਾ। ਉਹਨਾਂ 'ਚ ਵੀ ਕਈ ਵਾਰ ਹੁੰਦਾ ਕਿ ਕਈ ਵਾਰ ਜਦੋਂ ਕੋਈ ਨੁਕਸਾਨੇ ਜਾਂਦੇ ਨੇ ਯਾਨੀ ਕਿ ਉਹਨਾਂ ਨੂੰ ਕੋਈ ਨੁਕਸਾਨ ਹੋ ਜਾਂਦਾ ਫਿਰ ਉਹ ਛੱਡ ਦਿੰਦੇ ਨੇ ਕਿ ਵੀ ਠੀਕ ਹੈ ਹੁਣ ਛੱਡ ਦਿਓ ਆਪਾਂ ਆਪਦੇ ਸ਼ੌਕ ਵਾਸਤੇ। ਨਹੀਂ ਉਹ ਜਿਹੜੇ ਤੋਤੇ ਪਾਲਦੇ ਆ ਨਾ ਵੈਸੇ ਤਾਂ ਉਹ ਜ਼ਿਆਦਾ ਦੇਰ ਤਾਂ ਪਾਲ ਨਹੀਂ ਸਕਦੇ, ਜਿਹੜੇ ਪਾਲਦੇ ਆ ਨਾ ਉਹਨਾਂ ਨੂੰ 4 ਘੰਟੇ 5 ਘੰਟੇ ਉਹ ਖੁੱਲ੍ਹਾ ਛੱਡਦੇ ਹੈਗੇ ਆ, ਉਹਨਾਂ ਦਾ ਕੋਈ ਰੱਖਣ ਦਾ ਕੋਈ ਉਹ ਨਹੀਂ ਹੈਗਾ, ਕੋਈ ਜ਼ੁਲਮ ਨਹੀਂ ਹੈਗਾ ਕਿਉਂਕਿ ਉਹ ਆਪਣੀ ਥੋੜ੍ਹਾ ਜਿਹਾ ਘੁੰਮ ਘੰਮ ਕੇ ਫਿਰ ਵਾਪਸ ਆ ਜਾਂਦੇ, ਆਪਣੀ ਆਜ਼ਾਦੀ ਕਰ ਕੇ ਫਿਰ ਆਉਂਦੇ। ਜਿੱਦਾਂ ਅਸੀਂ ਆਪਣੇ ਘਰ 'ਤੇ ਸਾਰਾ ਦਿਨ ਕੰਮ 'ਤੇ ਰਹੇ ਵਾਪਸ ਸ਼ਾਮ ਨੂੰ ਘਰ ਨੂੰ ਆ ਗਏ। ਜਿਹੜੇ ਬਿਲਕੁਲ ਹੀ ਬੰਦ ਕਰਕੇ ਰੱਖਦੇ ਆ ਉਹਨਾਂ ਲਈ ਤਾਂ ਅਲਾਊਡ ਨਹੀਂ ਹੈਗਾ ਕਿਉਂਕਿ ਪੰਛੀ ਨੂੰ ਤਾਂ ਕੈਦ ਕਰਨਾ ਜ਼ੁਲਮ ਹੀ ਹੈ ਇੱਕ ਤਰ੍ਹਾਂ ਦਾ। ਬਿਲਕੁਲ ਬਿਲਕੁਲ, ਉਹ ਕਿਉਂਕਿ ਸੋਚਦੇ ਹਾਂ ਤਾਂ ਅਸੀਂ ਵੈਸੇ ਹੀ ਮਾੜੀ ਲੱਗਦੀ ਹੈ ਉਹ ਚੀਜ਼ ਕਿ ਕਿਸੇ ਨੂੰ ਆਪਾਂ ਕੈਦ ਕਰਕੇ ਰੱਖੀਏ। ਪਰਿਵਾਰਕ ਤੌਰ 'ਤੇ ਜਦੋਂ ਕਿਉਂਕਿ ਹੁਣ ਪ੍ਰਿੰਸ ਮਹਿਰਾ ਨੂੰ ਸਾਰੇ ਜਾਣਦੇ ਨੇ, ਬਹੁਤ ਸਾਰੀਆਂ ਕਿਤਾਬਾਂ 'ਚ ਨਾਮ ਆ ਗਿਆ, ਸਰਟੀਫਿਕੇਟ ਮਿਲ ਗਏ, ਢੇਰੇ ਸਰਟੀਫਿਕੇਟ ਇਨਾਮ ਤੁਹਾਡੇ ਕੋਲ ਹੈਗੇ ਨੇ। ਜਦੋਂ ਸ਼ੁਰੂਆਤ ਕਰਦੇ ਹੁੰਦੇ ਆ ਉਦੋਂ ਕਈ ਵਾਰ ਪਰਿਵਾਰ ਦੇ ਲੋਕ ਕਹਿ ਦਿੰਦੇ ਨੇ ਵੀ ਇਹ ਕਿਹੜੇ ਕੰਮ ਪੈ ਗਏ ਹੋ ਤੁਸੀਂ, ਉਦੋਂ ਲੱਗਿਆ ਸ਼ੁਰੂਆਤੀ ਦੌਰ 'ਚ ਦਿੱਕਤਾਂ ਪਰੇਸ਼ਾਨੀਆਂ ਸੀ? ਨਹੀਂ ਖੈਰ ਇਹੋ ਜਿਹੀ ਕੋਈ ਗੱਲ ਨਹੀਂ ਹੈ, ਮੇਰੇ ਬੱਚੇ ਸ਼ੁਰੂ ਤੋਂ ਹੀ ਲੋ ਫੈਮਿਲੀ ਦੇ ਹੀ ਹੈਗੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਅਤੇ ਮੈਂ ਸ਼ੁਰੂ ਕੀਤਾ ਤਾਂ ਜਦ ਮੈਂ ਲਿਆਉਣ ਲੱਗਿਆ ਸੀਗਾ ਤਾਂ ਮੇਰੇ ਘਰ ਬਸ ਇਹਨਾਂ ਜ਼ਰੂਰ ਕਹਿੰਦੇ ਸੀ ਵੀ ਤੁਸੀਂ ਦਸਤਾਨੇ ਪਾ ਲਿਆ ਕਰੋ। ਮੈਂ ਦਸਤਾਨੇ ਵਗੈਰਾ ਉਸ ਟਾਈਮ ਪਾਉਂਦਾ ਪੁੰਦਾ ਨਹੀਂ ਸੀਗਾ ਜੀ, तो फिर वो कहते थोड़े दस्ताने पा लियो कभी एलर्जी एलर्जी ना हो जाए। मैं फिर थोड़ी देर शुरुआत की फिर मैं फिर वो भी छड़ दिता जी। फिर उस तो बाद मेरे घर दे खैर साथ देने लगे सर। शुरुआती दिक्कत आईਆਂ ਵੈਸੇ ਪੂਰੇ ਚੀਜ਼ਾਂ 'ਚ ਕਿਉਂਕਿ ਆਮ ਤੌਰ ਤੇ ਜਿਸ ਜੇ ਕਹੀਏ ਜਿਹੇ ਜਿਹੇ ਪਰਿਵਾਰ 'ਚ ਤੁਸੀਂ ਬਹੁਤ ਕਹੀਏ ਕਿ ਉਨੀ ਵੱਡੀ ਤੁਹਾਡੇ ਕੋਲ ਇਨਕਮ ਵੀ ਹੈ ਨਹੀਂ ਗੀ, ਇਹ ਸਾਰੀਆਂ ਚੀਜ਼ਾਂ ਦੀ ਦਿੱਕਤਾਂ ਆਉਂਦੀਆਂ ਸੀ ਕੰਮ ਕਰਦੇ? ਪੇਂਟਰ ਦਾ ਕੰਮ ਕਰਦਾ ਸੀਗਾ ਜੀ, ਸਾਈਨ ਬੋਰਡ ਵਗੈਰਾ ਸਕੂਲਾਂ 'ਚ ਪੇਂਟ ਪੂੰਟ ਦਾ ਕੰਮ ਕਰਦਾ ਸੀਗਾ ਤੇ ਮੇਰੀ ਜਿੰਨੀ ਵੀ ਇਨਕਮ ਹੁੰਦੀ ਸੀਗੀ ਤੇ ਮੈਂ ਉਹਦੇ 'ਚੋਂ 20% ਮੈਂ ਇਹ ਚੀਜ਼ਾਂ ਦੇ ਵਾਸਤੇ ਯੂਜ਼ ਕਰਦਾ ਸੀਗਾ ਜੀ, ਜਿੰਨਾ ਮੇਰੇ ਕੋਲ ਹੁੰਦਾ ਸੀ ਮੈਂ ਉਹਨਾਂ ਦੇ ਕਰਦਾ ਸੀਗਾ ਜੀ। ਹੁਣ ਮੈਂ ਇਹਨਾਂ ਦੀ ਜਿਸ ਤਰ੍ਹਾਂ ਆਪਾਂ ਆਪਣੇ ਕਈ ਪਰਿਵਾਰ ਦਾ ਕੋਈ ਹਿੱਸਾ ਕੋਈ ਆਪਣਾ ਕੋਈ ਰਿਸ਼ਤੇਦਾਰ ਜਾਂ ਆਪਣੇ ਫੈਮਿਲੀ ਮੈਂਬਰ ਕਿਸੇ ਦੀ ਡੈਥ ਹੋ ਜਾਂਦੀ ਹੈ, ਅਸੀਂ ਉਹਨਾਂ ਦੇ ਬਾਅਦ ਉਹਨਾਂ ਦੀ ਕਿਰਿਆ ਤੋਂ ਬਾਅਦ ਅਸੀਂ ਕੋਈ ਹਮਨ ਕਰਵਾਉਂਦੇ ਹਾਂ, ਕੋਈ ਪਾਠ ਕਰਵਾਉਂਦਾ ਹੈ, ਕੋਈ ਕੁਛ ਕਰਾਉਂਦਾ। ਅਤੇ ਮੈਂ 3 ਸਾਲ ਤੋਂ ਲਗਾਤਾਰ ਜਿੰਨੇ ਸਾਲ 'ਚ ਮੈਂ ਪੰਛੀਆਂ ਦਾ ਸੰਸਕਾਰ ਕਰਦਾ, ਮੈਂ ਵੀ ਉਹਨਾਂ ਆਪਣੇ ਹਿੱਸੇ ਆਪਣੇ ਫੈਮਿਲੀ ਮੈਂਬਰ ਵਾਂਗੂ ਉਹਨਾਂ ਦਾ ਵੀ ਮੈਂ ਆਤਮਾ ਦੀ ਸ਼ਾਂਤੀ ਵਾਸਤੇ ਉਹਨਾਂ ਦੇ ਹਮਨ ਕਰਵਾ ਰਿਹਾ 3 ਸਾਲ ਤੋਂ ਲਗਾਤਾਰ। ਅੱਛਾ, ਉਹ ਵੀ ਕਰਵਾਉਂਦੇ ਹੋ ਨਾਲ ਵੀ ਯਾਨੀ ਕਿ ਜਿਵੇਂ ਇਨਸਾਨਾਂ ਦੀ ਹੁੰਦੀ ਹੈ? ਬਿਲਕੁਲ ਸਰ ਬਿਲਕੁਲ, ਕਿਉਂਕਿ ਉਹਨਾਂ 'ਚ ਵੀ ਆਤਮਾ ਹੈ ਸਰ ਜੀ, ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲਣੀ ਚਾਹੀਦੀ ਹੈ।
ਤੇ ਜੇ ਕਹੀਏ ਕਿ ਜਿਵੇਂ ਹੁਣ ਰਿਕਾਰਡਸ ਵਗੈਰਾ ਬਹੁਤ ਆ ਗਏ ਨੇ ਤੁਹਾਡਾ ਉਸੇ ਦਾ, ਲੋਕ ਤੁਹਾਡੇ ਨਾਲ ਸੰਪਰਕ ਕਰਨ ਤੱਕ ਕੋਈ ਸੌਖਾ ਹੋ ਹੀ ਗਿਆ ਹੁਣ, ਜਾਣਦਾ ਹਰੇਕ ਪ੍ਰਿੰਸ ਮਹਿਰਾ ਨੂੰ। ਕਹੀਏ ਕਿ ਰਿਸਪੌਂਸ ਕਿਹੋ ਜਿਹਾ ਲੋਕਾਂ ਦਾ, ਲੋਕ ਤੁਹਾਨੂੰ ਮਿਲਦੇ ਨੇ ਜਾਂ ਸੋਸ਼ਲ ਮੀਡੀਆ ਤੇ? ਕਰਦੇ ਸਾਰੇ ਮੈਨੂੰ ਬਹੁਤ ਕਰਦੇ, ਕਹਿੰਦੇ ਤੂੰ ਤਾਂ ਹਰ ਹਫਤੇ ਹੀ ਸਰਟੀਫਿਕੇਟ ਪਾ ਦਿੰਦਾ ਸਾਨੂੰ। ਮੁਬਾਰਕਾਂ ਸਾਨੂੰ ਦੇਖ ਦੇਖ ਕੇ, ਮੁਬਾਰਕਾਂ ਦੇਖ ਕੇ ਥੱਕ ਗਏ ਸੀ ਨਾ। ਕਿ ਉਸ ਕਰਕੇ ਸਾਰੇ ਮੈਂ ਹੁਣ 2011 ਤੋਂ ਮੇਰੇ ਜਿੱਦਾਂ ਮੈਂ ਸਾਈਕਲ, ਮੈਂ ਵਰਲਡ ਐਂਬੂਲੈਂਸ ਜਿਹੜੀ ਪਹਿਲੀ ਸਾਈਕਲ ਸੀਗੀ ਮੈਂ ਉਹ 1990 ਤੋਂ ਹੀ ਚਲਾ, ਮੈਂ ਸਾਈਕਲ ਮੈਂ 1990 से चला रहा हूँ पर्यावरण ਨੂੰ ਰੋਕਣੇ ਵਾਸਤੇ ਜੀ। ਤੇ ਹੁਣ ਤੱਕ ਮੈਨੂੰ ਮੇਰਾ ਮਤਲਬ ਕਿ 28 ਦੇ ਮੇਰੇ ਕੋਲ ਵਰਲਡ ਰਿਕਾਰਡ ਹੈਗੇ ਜੀ, ਤੇ 48 ਕਿਤਾਬਾਂ 'ਚ ਮੇਰਾ ਨਾਮ ਰਜਿਸਟਰਡ ਹੈਗਾ ਜੀ। 100 ਦੇ ਕਰੀਬ ਮੇਰੇ ਕੋਲ ਅਵਾਰਡ ਹੈਗੇ ਇਸ ਤਰ੍ਹਾਂ, ਔਰ ਐਪਰੀਸ਼ੀਏਟ ਸਰਟੀਫਿਕੇਟ ਜਿਹੜੇ ਮੇਰੇ ਹੈਗੇ 35 ਦੇ ਕਰੀਬ ਹੈਗੇ ਆ, ਔਰ 4 ਮੇਰੇ ਕੋਲ ਨੈਸ਼ਨਲ ਅਵਾਰਡ ਹੈਗੇ ਔਰ 11 ਇੰਟਰਨੈਸ਼ਨਲ ਅਵਾਰਡ ਹੈਗੇ। ਯਾਨੀ ਕਿ ਲੋਕਾਂ ਨੂੰ ਤਾਂ ਇੱਕ ਅਵਾਰਡ ਜਟਾਉਣਾ ਹੀ ਬੜਾ ਔਖਾ ਹੋ ਜਾਂਦਾ, ਇੰਨੇ ਅਵਾਰਡ ਸਾਂਭ ਕੇ ਫਿਰ ਕਿਹੜੇ ਹਿਸਾਬ ਦੇ ਰੱਖੇ ਹੋਏ ਨੇ ਤੁਸੀਂ, ਕਿਵੇਂ ਸਾਂਭਦੇ ਹੋਗੇ? ਨਹੀਂ ਸਾਂਭ ਕੇ ਤੁਸੀਂ ਦੇਖ ਲਿੱਤਾ ਜੀ, ਦੀਵਾਰ ਦੇ ਉੱਤੇ ਲੱਗੇ ਹੋਏ ਆ। ਬਾਕੀ 2020 ਦੇ ਹਜੇ ਮੇਰੇ ਕੋਲ ਹਜੇ ਆਏ ਨਹੀਂ ਹੈਗੇ, ਆ ਚੁੱਕੇ ਆ, ਉਹਨਾਂ ਦੇ ਹਲੇ ਪ੍ਰਿੰਟ ਆਊਟ ਨਹੀਂ ਨਿਕਲਵਾਏ ਸਰ ਜੀ, ਉਹ ਵੀ ਹਜੇ ਦੇਖੂਗਾ ਕਿਹੜੀ ਦੀਵਾਰ ਤੇ ਲਾਣੇ ਆ। ਲੱਗਦਾ ਸਾਂਭਣੇ ਔਖੇ ਹੋ ਜਾਂਦੇ ਨੇ, ਕਹਿਣ ਦਾ ਮਤਲਬ ਹੈ ਇੰਨੇ ਜ਼ਿਆਦਾ ਲੋਕਾਂ ਦਾ ਇਹ ਪਿਆਰ ਹੀ ਕਹਿ ਸਕਦੇ ਆ, ਲੋਕਾਂ ਦਾ ਪਿਆਰ ਹੈਗਾ। ਬਿਲਕੁਲ ਸਰ, ਮੈਨੂੰ ਆਨਲਾਈਨ ਹੀ ਬੰਦੇ ਜਿਹੜੇ ਇਹ ਵਾਲੇ ਹੁੰਦੇ ਆ, ਰਿਕਾਰਡ ਹੋਲਡਰ ਹੁੰਦੇ ਜਿਹੜੇ ਰਿਕਾਰਡਾਂ ਜਿਹੜੇ ਬਣਾਉਂਦੇ ਹੈਗੇ ਬੁੱਕਸ ਵਾਲੇ, ਉਹ ਮੇਰੀ ਫੇਸਬੁੱਕ ਤੋਂ ਦੇਖ ਕੇ ਮੈਨੂੰ ਕੰਟੈਕਟ ਕਰਨਾ ਸ਼ੁਰੂ ਕਰ ਦਿੰਦੇ ਵੀ ਤੁਸੀਂ ਸਾਨੂੰ ਵੀ ਸਾਨੂੰ ਵੀ ਰਿਕਾਰਡ ਵਾਸਤੇ ਸਾਡੇ ਰਿਕਾਰਡ ਵੀ ਸਾਡਾ ਲਿਓ ਤੁਸੀਂ, ਤਾਂ ਕਿ ਸਾਡਾ ਰਿਕਾਰਡ ਵੀ ਦੀਵਾਰ ਦੇ ਉੱਤੇ ਲੱਗੇ ਨਜ਼ਰ ਆਵੇ ਸਾਡਾ। ਪ੍ਰਿੰਸ ਜੀ, ਜੇ ਦੇਖਿਆ ਜਾਵੇ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਹੁਣ ਤਾਂ ਰਿਕਾਰਡ ਬਣ ਗਏ ਨੇ, ਜਦੋਂ ਰਿਕਾਰਡ ਨਹੀਂ ਸੀਗੇ, ਯਾਨੀ ਕਿ ਉਹ ਸ਼ੁਰੂਆਤੀ ਦੌਰ 'ਚ ਤਾਂ ਬੰਦਾ ਇਹ ਸੋਚ ਕੇ ਨਹੀਂ ਕਰਦਾ ਵੀ ਮੈਨੂੰ ਇੰਨੇ ਰਿਕਾਰਡ ਇੰਨਾ ਹੁਨਰ ਮਿਲ ਜੂਗਾ, ਤਾਂ ਸਭ ਤੋਂ ਪਹਿਲਾਂ ਕਿਹੜਾ ਅਵਾਰਡ ਸੀਗਾ ਜਦੋਂ ਲੱਗਿਆ ਕਿ ਹਾਂ ਮੈंने ਕੁਝ ਕਰਿਆ ਤੇ ਮੈਨੂੰ ਲੋਕਾਂ ਨੇ ਹੁਨਰ ਕਰਿਆ? ਪਹਿਲੇ ਤਾਂ ਮੇਰੇ ਕੋਲ ਅਖਬਾਰਾਂ 'ਚ ਹੀ ਆਉਣ ਲੱਗਾ ਸ਼ੁਰੂ ਹੋ ਗਿਆ ਜੀ, ਉਸ ਟਾਈਮ ਬੜੀ ਖੁਸ਼ੀ ਹੋਈ, ਲੋਕੀ ਪੜ੍ਹਨ ਲੱਗ ਗਏ, ਮੇਰਾ ਨਾਮ ਆਉਣਾ ਸ਼ੁਰੂ ਹੋ ਗਿਆ, ਮੈਨੂੰ ਵੀ ਬੜੀ ਖੁਸ਼ੀ ਹੋਈ। ਫਿਰ ਉਸ ਤੋਂ ਬਾਅਦ ਫਿਰ ਟੀਵੀ 'ਚ ਤੁਹਾਡੇ ਵਰਗੇ ਜੋ ਚੈਨਲ ਵਾਲੇ ਮੈਨੂੰ ਇੰਨਾ ਮਾਣ ਦਿੰਦੇ ਹੈਗੇ ਆ, ਉਹ ਫਿਰ ਉਹ ਟੀਵੀ 'ਚ ਲੋਕੀ ਦੇਖਣ ਲੱਗ ਗਏ, ਉਹ ਮੈਨੂੰ ਹੋਰ ਪਿਆਰ ਮਿਲਣਾ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਮੇਰਾ ਜਿਹੜਾ ਰਿਕਾਰਡ ਸੀ ਉਹ ਇੰਡੀਆ ਬੁੱਕ ਆਫ ਰਿਕਾਰਡ ਸੀਗਾ, ਪਹਿਲਾਂ ਉਧਰ ਉਹਨਾਂ ਨੇ ਪਹਿਲਾਂ ਹਾਂਜੀ ਇੰਡੀਆ ਬੁੱਕ ਆਫ ਰਿਕਾਰਡ ਸੀਗਾ, ਤੇ ਉਸ ਤੋਂ ਬਾਅਦ ਫਿਰ ਲਗਾਤਾਰ ਸ਼ੁਰੂਆਤ ਅੱਜ ਤੱਕ ਚੱਲ ਰਹੀ ਹੈ। ਹਾਂਜੀ ਹਾਂ, ਆਉਂਦੇ ਸ਼ੁਰੂ ਹੋ ਗਏ। ਫਿਰ ਮੈਨੂੰ ਸਟੇਟ ਅਵਾਰਡ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਤਰਫ ਤੋਂ 26 ਜਨਵਰੀ ਰਿਪਬਲਿਕ ਡੇ 'ਤੇ ਸੋਲੰਕੀ ਜੀ ਗਵਰਨਰ ਸਾਹਿਬ ਆ, ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਤੇ ਮੈਨੂੰ ਉਹਨਾਂ ਨੂੰ ਅਵਾਰਡ ਦਿੱਤਾ। ਤੇ ਹੁਣ ਕੀ ਲੱਗਦਾ ਹੈ, ਬਹੁਤ ਸਮਾਂ ਲੰਘਾ ਚੁੱਕੇ ਹੋ ਇਸ ਚੀਜ਼ 'ਚ, ਅੱਗੇ ਪਤਾ ਨਹੀਂ ਕਿੰਨਾ ਸਮਾਂ ਨਿਕਲਣਾ ਹੈਗਾ? ਗੱਲ ਇਹ ਹੈਗੀ ਸਰ, ਜਦ ਤੱਕ ਮੇਰੀ ਸਾਹ ਦੇ ਸਾਹ ਹੈਗਾ ਜੀ ਮੇਰਾ, ਜਦ ਤੱਕ ਮੇਰੀ ਜ਼ਿੰਦਗੀ ਹੈਗੀ ਆ, ਮੈਂ ਪੰਛੀਆਂ ਵਾਸਤੇ ਕਦੀ ਪਿੱਛੇ ਨਹੀਂ ਹਟਾਂਗਾ, ਇਹਨਾਂ ਦੀ ਸੇਵਾ ਵਾਸਤੇ। ਕਦੇ ਇਹ ਮੌਕਾ ਵੀ ਆਇਆ ਕਿ ਆਖਰਕਾਰ ਘਰ ਦੇ ਵਾਸਤੇ ਸ਼ਾਇਦ ਤੁਹਾਡੇ ਕੋਲ ਪੈਸੇ ਨਾ ਹੋਣ ਤੇ ਤੁਸੀਂ ਪੰਛੀਆਂ ਵਾਸਤੇ ਉਹ ਕਰਿਆ ਹੋਵੇ ਜੀ, ਕਦੇ ਇਲਾਜ ਵਾਸਤੇ ਜਾਂ ਉਹਨਾਂ ਦੇ ਦਾਣੇ ਪਾਣੀ ਵਾਸਤੇ? ਨਹੀਂ, ਮੇਰੇ ਇਸੀ ਸੇਵਾ ਨੂੰ ਦੇਖ ਕੇ ਮੈਨੂੰ ਐਨੀਮਲ ਹਸਬੈਂਡਰੀ ਵਾਲਿਆਂ ਨੇ ਮੈਨੂੰ ਇਹ DC ਰੇਟ ਦੇ ਉੱਤੇ ਨੌਕਰੀ ਦਿੱਤੀ ਹੈ ਜੀ। ਹੁਣ ਮੈਨੂੰ ਉਹ ਥੋੜ੍ਹਾ ਜਿਹਾ ਆਸਾਨ ਹੋ ਗਿਆ ਹੈਗਾ, ਕਿਉਂਕਿ ਮੈਨੂੰ ਪਹਿਲਾਂ ਆਪਣੇ ਪੰਛੀਆਂ ਨੂੰ ਲਿਜਾਣ ਆਉਣ ਵੇਲੇ ਜਾਣ ਵੇਲੇ ਮੈਨੂੰ ਸਾਈਕਲ ਦਾ ਪ੍ਰਯੋਗ ਕਰਨਾ ਪੈਂਦਾ ਸੀ। ਹੁਣ ਇਹ ਬੈਟਰੀ ਵਾਲੀ ਐਂਬੂਲੈਂਸ ਆ ਗਈ। ਹੁਣ ਮੇਰਾ ਕੀ ਹੈਗਾ ਜੀ, ਹੁਣ ਮੇਰੀ ਦੂਜੀ ਜਿਹੜੀ ਐंबुलेंस ਚੱलती है पशुओं वाली स्टे एनिमल्स के लिए, अब मैं आधी जो आधा दिन की जो उसमें है पंछियों की कंप्लेंट्स वगैरह मैं उसमें कर लेता हूँ। अब मुझे इस डिपार्टमेंट में रह के मुझे मेरी सेवा भी हो रही है, क्योंकि इसलिए कि मैंने पहले बैंक की नौकरी छोड़ी है मैंने इसी सेवा के लिए, क्योंकि वो ऐसी डेली तो मुझे कहीं जाने नहीं देंगे ना। तो मैं प्राइवेट काम करता था, तो जब मर्जी मैं अपना काम छोड़ के इनकी सेवा के लिए मैं तत्पर रहता था। ਜਿਹੜੇ ਹਿਸਾਬ ਦੇ ਨਾਲ ਤੁਸੀਂ ਦੱਸਿਆ ਕਿ ਬੈਂਕ ਦੀ ਨੌਕਰੀ ਛੱਡਤੀ, ਲੋਕ ਤਾਂ ਬਹੁਤ ਸਾਰੇ ਬੈਂਕ ਦੀ ਨੌਕਰੀਆਂ ਪਿੱਛੇ ਫਿਰੀ ਜਾਂਦੇ ਨੇ ਕਿ ਕਿੰਨੀ ਰਾਤਾਂ ਜੇ ਕਹੀਏ ਜਾਗਦੇ ਨੇ ਕਿ ਹੈ ਲੈਵਲ ਕੋਈ ਵੀ ਹੋਵੇ, ਪਰ ਬੈਂਕ ਦੀ ਨੌਕਰੀ ਇੱਕ ਬੰਦਾ ਇਹ ਗੱਲ ਕਹਿ ਦਿੰਦਾ ਵੀ ਠੀਕ ਹੈ ਪੱਕੀ ਨੌਕਰੀ ਵਾਂਗੂ ਹੋ ਗਿਆ, ਆਪਾਂ ਨੂੰ ਸੌਖਾ ਹੋ ਗਿਆ, ਪਰ ਛੱਡੀ। ਨੌਕਰੀ ਤੋਂ ਸ਼ੁਰੂ ਤੋਂ ਹੀ ਖਰਾਬ ਸੀਗਾ ਜੀ ਮੈਂ ਪਹਿਲੇ, ਇਸਕੇ ਮੈਂ ਪੇਂਟਰ ਦਾ ਆਪਣਾ ਕੰਮ ਇਸ ਲਈ ਕਰ ਰਿਹਾ ਸੀਗਾ ਤਾਂ ਕਿ ਅਗਰ ਕੋਈ ਕੰਪਲੇਂਟ ਆਉਂਦੀ ਵੀ ਹੈ ਤਾਂ ਮੈਂ ਆਪਣਾ ਕੰਮ ਪ੍ਰਾਈਵੇਟ ਜਦ ਮਰਜ਼ੀ ਕਰਕੇ ਵਾਪਸ ਆ ਕੇ ਕਰ ਸਕਦਾ ਸੀਗਾ। ਅਗਰ ਮੈਂ ਨੌਕਰੀ ਕਰਦਾ ਕਿਤੇ, ਉਹਨਾਂ ਨੇ ਮੈਨੂੰ ਡੇਲੀ ਰਕਾਨ ਜਾਣ ਨਹੀਂ ਦੇਣਾ ਸੀਗਾ ਇਸ ਸੇਵਾ ਤੋਂ, ਮੇਰੀ ਜਿਹੜੀ ਸੇਵਾ ਸੀਗੀ ਉਹ ਰਹਿ ਜਾਣੀ ਸੀ। ਮੈਨੂੰ ਪਹਿਲਾ ਮੁੱਦਾ ਜਿਹੜਾ ਸੀਗਾ ਮੇਰੀ ਜ਼ਿੰਦਗੀ ਦਾ, ਮੈਨੂੰ ਸੇਵਾ ਸੀਗੀ ਜੀ ਪਹਿਲਾਂ। ਉਹ ਪੈਸੇ ਤਾਂ ਆਣੀ ਜਾਣੀ ਚੀਜ਼ ਹੈ ਜੀ, ਇਹ ਜਿਹੜੀ ਸੇਵਾ ਕਰ ਰਿਹਾ ਮੈਂ ਉਹੀ ਮੇਰੇ ਪੱਲੇ ਪੈਣੀ ਹੈ। ਸਮਝਦੇ ਹੋ ਅੱਜ ਕਿ ਉਹੀ ਜਿਹੜੇ ਪੰਛੀਆਂ ਨੂੰ ਕੋਈ ਦੇਖਦਾ ਨਹੀਂ ਹੈਗਾ, ਪਰ ਅੱਜ ਉਹਦੇ ਕਰਕੇ ਪ੍ਰਿੰਸ ਮਹਿਰਾ ਦਾ ਨਾਮ ਬਣਾਤਾ ਉਹਨਾਂ ਬੇਜੁਬਾਨਾਂ ਨੇ? ਜੀ ਸਰ ਬਿਲਕੁਲ ਬਿਲਕੁਲ, ਤੁਹਾਡੇ ਤੱਕ ਮੇਰਾ ਨਾਮ ਪਹੁੰਚਿਆ ਇਸੇ ਕਰਕੇ ਸਰ ਜੀ। ਮੈਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ, ਬਈ ਮੈਨੂੰ ਉਹਨਾਂ ਬੇਜੁਬਾਨਾਂ ਦੀ ਮੈਂ ਸੇਵਾ ਕੀਤੀ ਹੈ, ਉਸੇ ਦਾ ਹੱਲ ਮੈਨੂੰ ਨੌਕਰੀ ਮਿਲੀ ਹੈ ਸਾਡੇ ਜੁਆਇੰਟ ਡਾਇਰੈਕਟਰ ਸਾਹਿਬ ਜੀ, ਤੇ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਬਈ ਇਹ ਬੰਦਾ ਇਸ ਜਾਂ ਫਰੀ ਬੰਦਾ ਇਹ ਸੇਵਾ ਕਰ ਸਕਦਾ ਇੰਨੀ, ਤੇ ਅਸੀਂ ਅਗਰ ਇਹਨੂੰ ਨੌਕਰੀ ਰੱਖਦੇ ਹੈਗੇ ਤਾਂ ਅੱਗੇ ਹੋਰ ਕਿੰਨੀ ਸੇਵਾ ਕਰੇਗਾ।
ਬਿਲਕੁਲ ਕਹਿ ਸਕਦੇ ਹਾਂ ਕਿ ਤੁਸੀਂ ਦੇਖੋ ਕਿ ਰਿਕਾਰਡ ਇੱਕ ਪਾਸੇ ਛੱਡ ਦਿੰਦੇ ਆ, ਕਿਉਂਕਿ ਰਿਕਾਰਡ ਜੇ ਕਿਹਾ ਜਾਵੇ ਇਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਉਹਨਾਂ ਦੀ ਮਜਬੂਰੀ ਬਣੀ, ਜਾਂ ਕਹੀਏ ਕਿ ਆਨਰ ਕਰਨਾ ਬਣਦਾ ਹੈ ਜਦੋਂ ਕੋਈ ਇਹ ਜਿਹਾ ਕੰਮ ਕਰਦਾ ਹੈ। ਸਭ ਤੋਂ ਵੱਡੀ ਗੱਲ ਜੇ ਕਹੂੰ ਪੂਰੀ ਖਬਰ ਦੇ ਵਿੱਚ ਜਿਹੜੀ ਦੇਖਣ ਵਾਲੀ ਉਹ ਇਸ ਚੀਜ਼ ਹੈ ਕਿ ਉਹ ਬੇਜ਼ੁਬਾਨ, ਜਿਨ੍ਹਾਂ ਨੂੰ ਬੇਜ਼ੁਬਾਨਾਂ ਨੂੰ ਨਾ ਕਿਸੇ ਤੋਂ ਮੰਗਦੇ ਨੇ, ਨਾ ਖਾਣ ਨੂੰ ਨਾ ਪੀਣ ਨੂੰ, ਤੇ ਨਾ ਹੀ ਕਿਸੇ ਤਰ੍ਹਾਂ ਦੀ ਕਹਿੰਦੇ ਨੇ ਕਿ ਸਾਡੀ ਸੇਵਾ ਕਰੋ, ਉਹ ਬੇਜ਼ੁਬਾਨਾਂ ਬਾਰੇ ਜਦ ਕੋਈ ਸੋਚਦਾ ਤਾਂ ਆਖਰ ਉਹਨੂੰ ਆਨਰ ਕਿੱਡਾ ਵੱਡਾ ਮਿਲਦਾ ਹੈ। ਪ੍ਰਿੰਸ ਮਹਿਰਾ ਨੂੰ ਅੱਜ ਜੇ ਕੋਈ ਜਾਣਦਾ ਹੈ ਜਾਂ ਉਹਨਾਂ ਦੇ ਨਾਮ ਦੇ ਰਿਕਾਰਡ ਨੇ, ਉਹ ਇਸ ਵਾਸਤੇ ਹੈ ਕਿਉਂਕਿ ਉਹ ਬੇਜ਼ੁਬਾਨਾਂ ਦੀ ਸੇਵਾ, ਜਾਂ ਕਰੀਏ ਕਿ ਉਹਨਾਂ ਦੀ ਸੰਭਾਲ ਇਹਨਾਂ ਨੇ ਕਰੀ, ਤੇ ਅੱਜ ਘਰ ਦੇ ਖਰਚ ਵਾਸਤੇ ਜਾਂ ਕਹੀਏ ਕਿ ਰੋਜ਼ਮर्रा ਦੀ ਜ਼ਿੰਦਗੀ ਵਾਸਤੇ ਜਿਹੜੀ ਨੌਕਰੀ ਮਿਲੀ ਉਹ ਵੀ ਬੇਜ਼ੁਬਾਨਾਂ ਕਰਕੇ। ਤਾਂ ਇੱਥੋਂ ਸਬਕ ਲੈਣ ਦੀ ਇਹ ਲੋੜ ਹੈ। ਸਾਡਾ ਮਕਸਦ ਤੁਹਾਨੂੰ ਇਹ तमाम ਰਿਕਾਰਡ ਦਿਖਾਉਣਾ, ਜਾਂ ਕਹੀਏ ਕਿ ਇੱਕ ਇਸ ਲਿਹਾਜ਼ੇ ਤੋਂ ਕਿ ਉਹਨਾਂ ਨੇ ਐਂਬੂਲੈਂਸ ਤਿਆਰ ਕਰਾ ਲਈ, ਇੱਕ ਪਸ਼ੂ ਪਕਸ਼ੀਆਂ ਵਾਸਤੇ ਕੰਮ ਕਰਦੇ ਨੇ, ਇਹ ਨਹੀਂ ਸੀ। ਇਹਦਾ ਮਤਲਬ ਇਹ ਵੀ ਹੈਗਾ ਕਿ ਜੇਕਰ ਇਨਸਾਨੀਅਤ ਦੇ ਵਾਸਤੇ ਤਾਂ ਸਾਨੂੰ ਕਰਨਾ ਹੀ ਚਾਹੀਦਾ, ਪਰ ਜਿਹੜੇ ਬੇਜ਼ੁਬਾਨ ਆਪਦੇ ਵਾਸਤੇ ਕੋਈ ਮਦਦ ਨਹੀਂ ਮੰਗ ਸਕਦੇ, ਜਦੋਂ ਅਸੀਂ ਉਹਨਾਂ ਦੇ ਵਾਸਤੇ ਸੋਚਦੇ ਹਾਂ ਤਾਂ ਜਿਹੜਾ ਤੁਹਾਨੂੰ ਇਨਾਮ ਜਾਂ ਕਹੀਏ ਕਿ ਤੁਹਾਡੇ ਤੇ ਜਿਹੜੀ ਕਿਰਪਾ ਹੋਣੀ ਹੈ ਉਹ ਇਸ ਕਦਰ ਤੁਸੀਂ ਸਮਝ ਸਕਦੇ ਹੋ ਕਿ ਹੋਣੀ ਹੈ ਕਿ ਆਖਰਕਾਰ ਤੁਹਾਨੂੰ ਕਿਸੇ ਕੋਲ ਮੰਗਣ ਦੀ ਲੋੜ ਨਹੀਂ ਪੈਣੀ। ਲੋਕ ਤੁਹਾਡੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ, ਕਿਉਂਕਿ ਬੇਜ਼ੁਬਾਨਾਂ ਵਾਸਤੇ परमात्मा ने ये कहा जाए कि एक रस्ता तो बेशक बनाता है, उन्होंने चुंझ दी है तो खाण नूं आप ही देगा, ये आम वर्ड वरते जाते हैं जिंदगी दे विच, पर आखिरकार रुतबा किड्डा मिल सकता है तो ये देखा जा सकता है। तो किते न किते कोशिश जिहड़ी प्रिंस मेहरा लैके चले ने, सोचते हैं कि सारे इस चीज़ नूं सोचण ते जिन्ना भी कर सकते हैं, पूरा नहीं तो थोड़ा बहुता ही सही, पर बेजुबानां बारे सानूं सोच के उन्हां वास्ते कुछ करन दी जरूर लोड़ है। वीडियो जर्नलिस्ट गौरव दे नाल सुमित सिंह जोशी, डेली पोस्ट पंजाबी, चंडीगढ़।